ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਸਾਹਿਬ ਜੀ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕਉ। ਤੂੰ ਠਾਕੁਰ ਊਚ ਭਗਵਾਨਾ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਾਏ। ਚੜ ਡੁੱਬੈ ਮੈਲ ਨਾ ਜਾਏ। ਕਿਆ ਬਗ ਬਪੁੜਾ ਛਪੜੀ ਨਾਏ। ਚੜ ਡੁੱਬੈ ਮੈਲ ਨਾ ਜਾਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਿਹ। ਜੁਗੋ ਜੁਗ ਅਟਲ। ਜਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਮ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਜੁੜ ਮਿਲ ਕੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਸਰਵਣ ਕਰ ਰਹੇ ਗੁਰੂ ਪਿਆਰਿਓ ਵਡਭਾਗੇ ਹਾਂ, ਜੋ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰੂ ਦਾ ਜਸ ਬੜੇ ਪਿਆਰ ਨਾਲ ਸਰਵਣ ਕਰ ਰਹੇ ਹਾਂ। ਰੋਜ਼ਾਨਾ ਦੀ ਤਰ੍ਹਾਂ ਮਨੁੱਖਤਾ ਦੇ ਕੇਂਦਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪਾਂ ਵੱਖ-ਵੱਖ ਗੁਰੂ ਘਰ ਦੇ ਪ੍ਰਚਾਰਕਾਂ ਪਾਸੋਂ ਸਰਵਣ ਕਰਦੇ ਹਾਂ। ਸੋ ਆਓ ਜਿੱਥੇ-ਜਿੱਥੇ ਵੀ ਆਪਾਂ ਜੁੜ ਕੇ ਬੈਠੇ ਹਾਂ, ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਵਿਚਾਰਨ ਦਾ ਯਤਨ ਕਰੀਏ। ਸਾਰੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ, ਜੋ ਧਨਾਸਰੀ ਰਾਗ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਘਰ ਦੇ ਅੰਦਰ ਉਚਾਰਨ ਕੀਤਾ ਹੈ। ਔਰ ਅਸ਼ਟਪਦੀਆਂ ਭਾਵ ਕਿ ਇਸ ਮਹਾਨ ਪਵਿੱਤਰ ਸ਼ਬਦ ਦੇ 8 ਪਦੇ ਹਨ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਇੱਕ ਹੈ ਔਰ ਉਸ ਪਰਮੇਸ਼ਰ ਵਾਹਿਗੁਰੂ ਨੂੰ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰ ਸਾਗਰ ਰਤਨੀ ਭਰਪੂਰੇ। ਪਹਿਲੀ ਪੰਕਤੀ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਗੁਰੂ ਇੱਕ ਸਮੁੰਦਰ ਹੈ। ਔਰ ਸਾਧ ਸੰਗਤ ਜੀ, ਉਸ ਵਾਹਿਗੁਰੂ ਦੀ ਸਿਫਤ ਸਲਾਹ, ਰਤਨ ਰੂਪੀ ਜਿਹੜੀ ਸਿਫਤ ਸਲਾਹ ਹੈ, ਉਹਦੇ ਨਾਲ ਭਰਪੂਰ ਹੈ, ਓਤ-ਪੋਤ ਹੈ। ਸਾਧ ਸੰਗਤ, ਸੰਸਾਰ ਦੇ ਉੱਤੇ ਜਦੋਂ ਸਮੁੰਦਰ ਦੀ ਗੱਲ ਚੱਲਦੀ ਹੈ ਤੇ ਇਹ ਮੰਨਿਆ ਜਾਂਦਾ ਹੈ ਵੀ ਬਹੁਤ ਵਿਸ਼ਾਲ ਹੈ, ਉਹਦਾ ਕੋਈ ਪਾਰਾਵਾਰ ਨਹੀਂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਮਹਾਰਾਜ ਸਾਹਿਬ ਨੇ ਜਦੋਂ ਵੀ ਬਾਣੀ ਦੇ ਅੰਦਰ ਸਮੁੰਦਰ ਦੀ ਗੱਲ ਕੀਤੀ ਹੈ ਤੇ ਬਹੁਤਾਂਤ ਐਸੀ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਤੇ ਸਮੁੰਦਰ ਭਾਵ ਕਿ ਗੁਰੂ ਤੇ ਸਮੁੰਦਰ ਭਾਵ ਕਿ ਦੋਨਾਂ ਨੂੰ ਬਰਾਬਰ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਚੱਲੇ ਹਨ ਕਿ ਜਿਵੇਂ ਸਮੁੰਦਰ ਦਾ ਕੋਈ ਪਾਰਲਾ ਪਾਸਾ ਨਹੀਂ ਹੈ, ਸਮੁੰਦਰ ਵਿਸ਼ਾਲ ਹੈ, ਅਥਾਹ ਹੈ, ਇਸੇ ਤਰ੍ਹਾਂ ਗੁਰੂ ਵੀ ਰਹਿਮਤਾਂ ਦਾ ਮਾਲਕ ਹੈ। ਸਭ ਤੋਂ ਵੱਡੀ ਗੱਲ ਇਹ ਮੰਨਿਆ ਜਾਂਦਾ ਹੈ ਕਿ ਸਮੁੰਦਰ ਦੇ ਵਿੱਚ ਬਹੁਤ ਕੀਮਤੀ ਰਤਨ ਪਦਾਰਥ ਇਤ ਆਦਿਕ ਹੁੰਦੇ ਹਨ। ਇਸੇ ਤਰੀਕੇ ਨਾਲ ਗੁਰੂ ਇਹੋ ਜਿਹਾ ਮਹਾਨ ਸਮੁੰਦਰ ਹੈ ਜਿਹਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ, ਜਿਸ ਗੁਰੂ ਦੇ ਅੰਦਰ ਇਹੋ ਜਿਹੇ ਮਹਾਨ ਗੁਣ ਨੇ ਵੀ ਕੋਈ ਵੀ ਮਨੁੱਖ ਆ ਕੇ ਉਸ ਗੁਰੂ ਦੇ ਨਾਲ ਜੁੜਦਾ ਹੈ ਨਾ, ਤੇ ਗੁਰੂ ਦੇ ਅੰਦਰ ਇੰਨੀ ਸਮਰੱਥ ਹੈ ਵੀ ਉਹ ਆਪਣੇ ਨਾਲ ਜੋੜ ਕੇ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ। ਤੋ ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਵੀ ਗੁਰੂ ਮਾਨੋ ਸਾਗਰ ਹੈ, ਸਮੁੰਦਰ ਹੈ, ਰਤਨੀ ਭਰਪੂਰੇ। ਤੇ ਭਰਪੂਰ ਕਾਹਦੇ ਨਾਲ ਹੈ? ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਭਰਪੂਰ ਹੈ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਤੇ ਜਿਹੜੇ ਗੁਰਮੁਖ ਜਨ ਹਨ, ਪ੍ਰਭੂ ਦੇ ਪਿਆਰੇ ਹਨ, ਸਾਧ ਸੰਗਤ ਜੀ, ਉਹ ਗੁਰੂ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੇ ਨੇ ਤੇ ਕਦੇ ਵੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ, ਆਪਣੇ ਗੁਰੂ ਤੋਂ ਦੂਰ ਨਹੀਂ ਜਾਂਦੇ ਹਨ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਤੇ ਸਾਧ ਸੰਗਤ,
ਜਿਹੜਾ ਵੀ ਸਿੱਖ, ਜਿਹੜਾ ਵੀ ਮਨੁੱਖ ਉਸ ਗੁਰੂ ਸਮੁੰਦਰ ਨਾਲ ਜੁੜ ਜਾਂਦਾ ਹੈ ਔਰ ਸ਼ਬਦ ਦਾ ਆਸਰਾ ਤੱਕਦਾ ਹੈ, ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹੀ ਮਨੁੱਖ ਜਿਹੜਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਭਾਉਂਦਾ ਹੈ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਔਰ ਸਾਧ ਸੰਗਤ, ਸਭ ਤੋਂ ਵੱਡੀ ਗੱਲ ਵੀ ਜਿਹੜੇ ਹੰਸ ਨੇ ਨਾ, ਹੰਸ ਦੀ ਇਹ ਨਿਸ਼ਾਨੀ ਹੈ ਵੀ ਉਹ ਸਰੋਵਰ ਦੇ ਕੋਲ ਹੀ ਆਉਂਦਾ ਹੈ, ਉਹ ਕਦੇ ਵੀ ਛੱਪੜੀ ਦੇ ਵਿੱਚ ਜਾ ਕੇ ਮੂੰਹ ਨਹੀਂ ਮਾਰਦਾ, ਉਹ ਜਦੋਂ ਵੀ ਬੈਠੇਗਾ ਸਰੋਵਰ ਦੇ ਕੋਲ ਆ ਕੇ ਬੈਠੇਗਾ। ਯਾਦ ਰੱਖਣਾ ਕਿ ਗੁਰੂ ਨੇ ਇਹ ਸਾਡੇ ਤੇ ਏਡੀ ਕਿਰਪਾ ਕੀਤੀ ਹੈ ਵੀ ਸਾਨੂੰ ਹੰਸ ਨਹੀਂ, ਇੱਥੋਂ ਤੱਕ ਵੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਪਰਮਹੰਸ ਤੱਕ ਦੇ ਖਿਤਾਬ ਦਿੱਤੇ ਹਨ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਨ ਤੇ ਉਹ ਆਪਣੀ ਵਾਰ ਦੇ ਅੰਦਰ ਇਹ ਬਚਨ ਵੀ ਲਿਖਦੇ ਹਨ ਕਿ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ। ਹੁਣ ਹੰਸ ਦੀ ਇਹ ਨਿਸ਼ਾਨੀ ਹੈ ਸਾਧ ਸੰਗਤ ਕਿ ਉਹ ਦੁੱਧ ਤੇ ਪਾਣੀ ਨੂੰ ਅੱਡ ਅੱਡ ਕਰ ਦਿੰਦਾ ਹੈ ਆਪਣੀ ਚੁੰਝ ਦੇ ਦੁਆਰਾ। ਤੇ ਮਹਾਰਾਜ ਸਾਹਿਬ ਨੇ ਇੱਥੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਇਹ ਵੱਡੇ ਵੱਡੇ ਖਿਤਾਬ ਸਿੱਖਾਂ ਨੂੰ ਦਿੱਤੇ ਸਨ ਤੇ ਉੱਥੇ ਵੀ ਇਹ ਬਚਨ ਕੀਤਾ ਸੀ ਵੀ ਮੈਂ ਸਿੱਖਾਂ ਨੂੰ ਪਰਮਹੰਸ ਦਾ ਖਿਤਾਬ ਤਾਂ ਦੇ ਰਿਹਾ ਭਾਈ ਪਾਰੋ ਜੁਲਕਾ ਜੀ ਨੂੰ ਕਿ ਸਿੱਖ ਵੀ ਜਿਹੜੇ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਸ਼ਬਦ ਦੀ ਟੇਕ ਰਾਹੀਂ ਮਨਮਤ ਤੇ ਗੁਰਮਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਖੇੜ ਕੇ ਚੱਲਣਗੇ, ਭਾਵ ਕਿ ਗੁਰਮਤ ਨੂੰ ਗ੍ਰਹਿਣ ਕਰਨਗੇ ਤੇ ਮਨਮਤ ਨੂੰ ਨਖੇੜ ਦੇਣਗੇ। ਔਰ ਸਾਧ ਸੰਗਤ ਜੀ, ਜਿਵੇਂ ਇੱਕ ਹੰਸ ਉਹ ਸਰੋਵਰ ਦੇ ਵਿੱਚ ਆ ਕੇ ਬੈਠਦਾ ਹੈ, ਸਾਗਰ ਦੇ ਕੋਲ ਆ ਕੇ ਬੈਠਦਾ ਹੈ ਤੇ ਮੰਨਿਆ ਜਾਂਦਾ ਹੈ ਵੀ ਉਹ ਮੋਤੀਆਂ ਦਾ ਆਹਾਰ ਕਰਦਾ ਹੈ, ਇਸੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸਿੱਖ ਜਿਹੜੇ ਨੇ ਨਾ ਇਹ ਵੀ ਮਾਨੋ ਹੰਸ ਹਨ ਤੇ ਗੁਰੂ ਰੂਪੀ ਸਰੋਵਰ ਵਿੱਚ ਆ ਕੇ ਚੁੱਭੀ ਮਾਰ ਕੇ ਇਹਦੇ ਵਿੱਚੋਂ ਰਤਨਾ ਰੂਪੀ ਜਿਹੜੇ ਪਦਾਰਥ ਹਨ ਉਹਨਾਂ ਦਾ ਗ੍ਰਹਿਣ ਕਰਦੇ ਹਨ। ਬਾਣੀ ਦੇ ਅੰਦਰ ਮਹਾਰਾਜ ਸਾਹਿਬ ਬੜੀ ਪਿਆਰੀ ਪੰਕਤੀ ਉਚਾਰਨ ਕਰਦੇ ਨੇ। ਜਦੋਂ ਬਾਣੀ ਦੀ ਗੱਲ ਕਰਦੇ ਸਾਹਿਬ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਕਹਿੰਦੇ ਇਹ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਹੈ ਨਾ, ਇਸ ਬਾਣੀ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਡੇ ਕੀਮਤੀ ਰਤਨ ਨੇ, ਇੱਕ ਇੱਕ ਸ਼ਬਦ ਜਿਹਦੇ ਵਿੱਚ ਅਥਾਹ ਗਿਆਨ ਹੈ। ਸਾਧ ਸੰਗਤ, ਉਸ ਗਿਆਨ ਦਾ ਕੋਈ ਪਾਰਾਵਾਰ ਨਹੀਂ। ਤੇ ਮਹਾਰਾਜ ਸਾਹਿਬ ਕਹਿੰਦੇ ਇਹਦਾ ਆਹਾਰ ਕੌਣ ਕਰਦੇ ਨੇ? ਜਿਹੜੇ ਸੰਗਤ ਵਿੱਚ ਆ ਕੇ ਗੁਰਮੁਖ ਜਨ ਬੈਠਦੇ ਹਨ। ਹੁਣ ਜਿਵੇਂ ਹੰਸ ਸਰੋਵਰ 'ਚ ਜਾਂਦਾ ਹੈ, ਇਸੇ ਤਰੀਕੇ ਨਾਲ ਜਿਹੜੇ ਗੁਰਮੁਖ ਪਿਆਰੇ ਹਨ ਉਹ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਦੇ ਨੇ। ਉਹ ਕਦੇ ਵੀ ਮਨਮਤੀਆਂ ਤੇ ਅਨਮਤੀਆਂ ਦੀ ਸੰਗਤ ਵਿੱਚ ਨਹੀਂ ਜਾਂਦੇ। ਵੈਸੇ ਜਦੋਂ ਆਪਾਂ ਗੁਰੂ ਕੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਨਾ, ਹੰਸ ਸ਼ਬਦ ਮਹਾਰਾਜ ਨੇ ਬਹੁਤ ਜਗ੍ਹਾ ਦੇ ਉੱਤੇ ਵਰਤਿਆ ਹੈ। ਸ਼ਬਦ ਉਹੀ ਹੈ, ਯਾਦ ਰੱਖਣਾ। ਪਰ ਜਿੱਥੇ ਵੀ ਮਹਾਰਾਜ ਸਾਹਿਬ ਵਰਤਦੇ ਨੇ, ਕਈ ਵਾਰ ਨਵੇਂ ਪ੍ਰਸੰਗ ਵਿੱਚ ਤੇ ਨਵੇਂ ਅਰਥਾਂ ਵਿੱਚ ਉਸ ਸ਼ਬਦ ਨੂੰ ਵਰਤਦੇ ਹਨ। ਉਦਾਹਰਨ ਦੇ ਤੌਰ ਤੇ ਇੱਕ ਜਗ੍ਹਾ ਮਹਾਰਾਜ ਬਾਣੀ ਵਿੱਚ ਕਹਿੰਦੇ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਇੱਥੇ ਸਾਧ ਸੰਗਤ ਜੀ ਹੰਸ ਕਿਹਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਤੂੰ ਸਰੋਵਰ ਵੀ ਹੈ ਤੇ ਤੂੰ ਹੰਸ ਵੀ ਹੈ। ਇੱਕ ਜਗ੍ਹਾ ਤੇ ਮਹਾਰਾਜ ਫੇਰ ਬਾਣੀ ਵਿੱਚ ਕਹਿੰਦੇ ਨੇ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇੱਥੇ ਹੰਸ ਦਾ ਅਰਥ ਹੈ ਆਤਮਾ, ਅਰਥ ਨਵਾਂ ਆ ਗਿਆ। ਸ਼ਬਦ ਉਹੀ ਹੈ ਹੰਸ, ਪਰ ਇੱਥੇ ਅਰਥ ਆ ਗਿਆ ਆਤਮਾ ਤੋਂ ਕਿ ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚੋਂ ਜਦੋਂ ਹੰਸ ਉਡਾਰੀ ਮਾਰ ਜਾਂਦਾ ਹੈ, ਭਾਵ ਕਿ ਜਦੋਂ ਆਤਮਾ ਨਿਕਲ ਜਾਂਦੀ, ਵਾਹਿਗੁਰੂ ਆਪਣੀ ਜੋਤ ਨੂੰ ਖਿੱਚ ਲੈਂਦਾ ਹੈ। ਸਰੀਰ ਉਹੀ ਹੈ ਜਿਹਨੂੰ ਘਰ ਦੇ ਲੋਕ ਇੰਨਾ ਪਿਆਰ ਕਰਦੇ ਨੇ, ਮੁਹੱਬਤ ਦਿੰਦੇ ਨੇ, ਪਰ ਮਹਾਰਾਜ ਸਾਹਿਬ ਕਹਿੰਦੇ ਹੰਸ ਦੇ ਜਾਣ ਦੀ ਦੇਰ ਹੈ ਤੇ ਉੱਥੇ ਖਿੰਨ ਵਿੱਚ ਪ੍ਰੇਤ ਪ੍ਰੇਤ ਦੀ ਗੱਲ ਚੱਲਣੀ ਸ਼ੁਰੂ ਹੋ ਜਾਂਦੀ ਹੈ ਵੀ ਜਲਦੀ ਸ਼ਮਸ਼ਾਨ ਭੂਮੀ ਵੱਲ ਲੈ ਜਾਓ, ਨਹੀਂ ਤੇ ਪ੍ਰੇਤ ਆਤਮਾ ਦਾ ਵਾਸਾ ਹੋ ਜਾਵੇ। ਇੱਕ ਜਗ੍ਹਾ ਤੇ ਮਹਾਰਾਜ ਫੇਰ ਬਾਣੀ ਦੇ ਅੰਦਰ ਉਚਾਰਨ ਕਰਦੇ ਨੇ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਇੱਥੇ ਹੰਸ ਦਾ ਅਰਥ ਗੁਰਮੁਖ ਹੈ। ਵੇਖੋ ਤੀਸਰੀ ਜਗ੍ਹਾ ਤੇ ਇੱਕ ਨਵਾਂ ਅਰਥ ਆ ਗਿਆ, ਭਾਵ ਕਿ ਗੁਰੂ ਇਹੋ ਜਿਹਾ ਮਹਾਨ ਸਮੁੰਦਰ ਹੈ, ਇਹੋ ਜਿਹਾ ਮਹਾਨ ਸਾਗਰ ਹੈ।
ਇਸ ਸਾਗਰ ਦੇ ਅੰਦਰ ਜੇ ਮਨਮੁਖ ਬਿਰਤੀ ਵਾਲਾ ਬੰਦਾ ਚੁੱਭੀ ਲਾਵੇਗਾ ਨਾ, ਤਾਂ ਬਿਰਤੀ ਵਾਲਾ ਬੰਦਾ, ਤੇ ਉਹ ਗੁਰਮੁਖ ਬਣ ਕੇ ਨਿਕਲੇਗਾ, ਭਾਵ ਕਿ ਹੰਸ ਬਣ ਕੇ ਨਿਕਲੇਗਾ। ਜਿਵੇਂ ਅਸੀਂ ਬਾਣੀ ਵਿੱਚ ਇਹ ਵੀ ਪੜ੍ਹਦੇ ਹਾਂ, ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤੈ ਕਊਆ ਹੰਸ ਹੋਹੈ। ਕਿ ਜਦੋਂ ਕੋਈ ਕਾਂ ਬਿਰਤੀ ਵਾਲਾ ਮਨੁੱਖ ਅੰਮ੍ਰਿਤ ਦੇ ਸੋਮੇ ਵਿੱਚ, ਭਾਵ ਕਿ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਲੈਂਦਾ ਹੈ ਨਾ, ਸਾਧ ਸੰਗਤ ਆਪਣੀ ਬਿਰਤੀ ਨੂੰ ਜੋੜ ਲੈਂਦਾ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਉਹ ਹੰਸ ਬਿਰਤੀ ਭਾਵ ਕਿ ਗੁਰਮੁਖ ਬਣ ਜਾਂਦਾ ਹੈ। ਇਸ ਕਰਕੇ ਇੱਕ ਜਗ੍ਹਾ ਤੇ ਹੰਸ ਦਾ ਅਰਥ ਪ੍ਰਮਾਤਮਾ ਵੀ ਹੈ, ਇੱਕ ਜਗ੍ਹਾ ਤੇ ਹੰਸ ਦਾ ਅਰਥ ਆਤਮਾ ਵੀ ਹੈ, ਇੱਕ ਜਗ੍ਹਾ ਤੇ ਮਹਾਰਾਜ ਹੰਸ ਦਾ ਅਰਥ ਗੁਰਮੁਖ ਤੋਂ ਵੀ ਲੈਂਦੇ ਨੇ, ਤੇ ਇੱਕ ਜਗ੍ਹਾ ਤੇ ਮਹਾਰਾਜ ਨੇ ਕਮਾਲ ਕਰਾ ਦਿੱਤੀ ਜਦੋਂ ਸਾਹਿਬ ਕਹਿੰਦੇ ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਸਰਵਰ ਕੀ ਹੈ ਜੀ? ਸਰੋਵਰ ਕੀ ਹੈ? ਹੁਣ ਆਪਾਂ ਜੁੜ ਕੇ ਬੈਠੇ ਹਾਂ ਗੁਰੂ ਦੀ ਗੋਦ ਵਿੱਚ, ਸਾਧ ਸੰਗਤ ਵਿੱਚ ਬੈਠੇ ਹਾਂ, ਔਰ ਇਹ ਸਾਧ ਸੰਗਤ ਕੀ ਹੈ? ਇਹ ਇੱਕ ਸਰੋਵਰ ਹੈ। ਹੁਣ ਇਸ ਸਰੋਵਰ ਵਿੱਚ ਆਵੇਗਾ ਕੌਣ? ਇੱਥੇ ਹੰਸ ਹੀ ਆਉਣਗੇ, ਭਾਵ ਗੁਰਮੁਖ ਹੀ ਆਉਣਗੇ। ਸਰਵਰ ਮੈਂ ਹੰਸ, ਸਾਧ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਗੁਰਮੁਖ ਹੰਸ ਬੈਠੇ। ਤੇ ਅਗਲੇ ਸ਼ਬਦ ਕਿਆ ਕਮਾਲ ਦੇ ਨੇ, ਮਹਾਰਾਜ ਸਾਹਿਬ ਕਹਿੰਦੇ ਨੇ ਹੰਸ ਮੈਂ ਸਾਗਰ। ਕਹਿੰਦੇ ਫਿਰ ਹੰਸ ਦੇ ਵਿੱਚ ਸਾਗਰ ਸਮਾ ਗਿਆ। ਹੁਣ ਜੇ ਦੁਨਿਆਵੀ ਤੌਰ ਤੇ ਇਹਦੇ ਅਰਥ ਲਵਾਂਗੇ ਤੇ ਮਨ ਵਿੱਚ ਵਿਚਾਰ ਆਵੇਗੀ ਵੀ ਸਰੋਵਰ ਦੇ ਵਿੱਚ ਤੇ ਹੰਸ ਆ ਕੇ ਬਹਿ ਗਿਆ, ਪਰ ਹੰਸ 'ਚ ਸਾਗਰ ਕਿਵੇਂ ਸਮਾ ਸਕਦਾ ਹੈ? ਜਦੋਂ ਕਿ ਇਹਦੇ ਅਰਥ ਅਸਲ 'ਚ ਭਾਵ ਅਰਥ ਇਹ ਬਣਦੇ ਨੇ ਕਿ ਜਦੋਂ ਸਾਧ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਗੁਰਮੁਖ ਬੈਠਣਗੇ ਤੇ ਸਾਧ ਸੰਗਤ ਉਹਨਾਂ ਗੁਰਮੁਖਾਂ ਦੇ ਅੰਦਰ ਕੀ ਆਵੇਗਾ? ਸਾਹਿਬ ਜੀ ਕਹਿੰਦੇ ਹੰਸ ਮੈਂ ਸਾਗਰ, ਗਿਆਨ ਦਾ ਸਾਗਰ, ਭਾਵ ਕਿ ਉਹਨਾਂ ਦੇ ਅੰਦਰ ਇਹੋ ਜਿਹਾ ਮਹਾਨ ਗਿਆਨ ਪੈਦਾ ਹੋ ਜਾਵੇਗਾ ਵੀ ਉਹ ਗਿਆਨ ਦੇ ਨਾਲ ਸਾਨੂੰ ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਮਿਲ ਜਾਂਦਾ ਹੈ। ਫਿਰ ਇਹ ਨਹੀਂ ਵੀ ਕੋਈ ਮਾੜੀ ਮੋਟੀ ਦੁਨੀਆ ਦੇ ਅੰਦਰ ਕੋਈ ਮੁਸ਼ਕਲ ਆਈ ਤੇ ਬੰਦਾ ਮੁਸ਼ਕਲ ਵੇਖ ਕੇ ਘਬਰਾ ਗਿਆ, ਨਹੀਂ। ਕਿਉਂ? ਕਿਉਂਕਿ ਉਹ ਹੰਸ ਬਿਰਤੀ ਦਾ ਮਾਲਕ ਬਣ ਚੁੱਕਾ ਹੈ। ਤੋ ਇਸ ਕਰਕੇ ਗੁਰਮੁਖਾਂ ਦੀ ਜਿਹੜੀ ਤਰਜੀਹ ਹੈ ਨਾ, ਗੁਰਮੁਖਾਂ ਦੀ, ਇਹ ਹੰਸ ਦੇ ਨਾਲ ਤਰਜੀਹ ਦਿੱਤੀ ਗੁਰਮੁਖ ਦੀ, ਗੁਰੂ ਸਾਹਿਬ ਨੇ ਪਾਵਨ ਬਾਣੀ ਦੇ ਅੰਦਰ। ਔਰ ਸਭ ਤੋਂ ਵੱਡੀ ਗੱਲ ਸਾਧ ਸੰਗਤ ਕਿ ਹੰਸ ਜਿਹੜਾ ਉਹ ਕਦੇ ਵੀ ਡੱਡੀਆਂ ਨਹੀਂ ਖਾਂਦਾ, ਉਹ ਕਦੇ ਵੀ ਗੰਦ ਵਿੱਚ ਚੁੰਝ ਨਹੀਂ ਮਾਰਦਾ, ਉਹ ਮੋਤੀਆਂ ਦਾ ਆਹਾਰ ਕਰਦਾ ਹੈ। ਆਪਾਂ ਪਾਵਨ ਬਾਣੀ ਵਿੱਚ ਪੜ੍ਹਦੇ ਆ ਨਾ, ਜਦੋਂ ਮਹਾਰਾਜ ਸਾਹਿਬ ਕਹਿੰਦੇ ਸਰਵਰ ਹੰਸ ਤੁਰੇ ਹੀ ਮੇਲਾ, ਖਸਮੇ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਕਹਿੰਦੇ ਹੰਸਾਂ ਦਾ ਖਾਣਾ ਕੀ ਹੈ? ਸਰੋਵਰ ਦੇ ਵਿੱਚ ਜਿਹੜੇ ਮੋਤੀ ਹਨ। ਇਦਾਂ ਹੀ ਜਦੋਂ ਗੁਰਮੁਖ ਪਿਆਰੇ ਆ ਕੇ ਗੁਰੂ ਦੀ ਸੰਗਤ ਵਿੱਚ ਬੈਠਦੇ ਨੇ, ਗਿਆਨ ਵਿੱਚ ਚੁੱਭੀ ਲਾਉਂਦੇ ਨੇ, ਤੇ ਉਹਨਾਂ ਦਾ ਆਹਾਰ ਫਿਰ ਕੀ ਬਣ ਜਾਂਦਾ? ਉਹਨਾਂ ਦੀ ਆਤਮਾ ਦੀ ਖੁਰਾਕ ਕੀ ਬਣ ਜਾਂਦਾ? ਗਿਆਨ। ਤੇ ਗਿਆਨ ਕਿੱਥੋਂ ਮਿਲਦਾ ਹੈ? ਗੁਰੂ ਦੇ ਸ਼ਬਦ ਤੋਂ, ਬਾਣੀ ਦੀ ਵਿਚਾਰ ਤੋਂ। ਤੋ ਸਾਹਿਬ ਜੀ ਫਿਰ ਬਾਣੀ ਵਿੱਚ ਕਹਿੰਦੇ ਨੇ ਸਰਵਰ ਹੰਸ ਤੁਰੇ ਹੀ ਮੇਲਾ, ਖਸਮੇ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ, ਬਗਲਾ ਕਾਗ ਨ ਰਹਾਈ ਸਰਵਰ। ਕਹਿੰਦੇ ਸਰਵਰ ਦੇ ਕੰਢੇ ਭਾਵ ਸਰੋਵਰ ਦੇ ਕੰਢੇ ਕੋਈ ਬਗਲਾ ਨਹੀਂ ਰਹਿ ਸਕਦਾ, ਨਾ ਕਾਂ ਰਹਿ ਸਕਦਾ। ਕਾਂ ਨੂੰ ਵੀ ਆਦਤ ਹੈ ਵੀ ਉਹਨੇ ਚੁੰਝ ਆਪਣੀ ਗੰਦ ਵਿੱਚ ਹੀ ਮਾਰਨੀ ਹੈ, ਔਰ ਸਾਧ ਸੰਗਤ ਜਿਹੜਾ ਬਗਲਾ ਹੈ ਉਹਨੇ ਡੱਡੀਆਂ ਮੱਛੀਆਂ ਖਾਣੀਆਂ ਨੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਬਗਲਾ ਕਾਗ ਨ ਰਹਾਈ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਰਿਜਕ ਨਾ ਪਇਓ ਉਥੇ, ਉਹਨਾਂ ਹੋਰੋ ਖਾਣਾ। ਕਿਉਂਕਿ ਉਹਨਾਂ ਦਾ ਰਿਜਕ ਜਿਹੜਾ ਉਹ ਕੋਈ ਹੋਰ ਹੈ। ਇਸ ਕਰਕੇ ਸਾਧ ਸੰਗਤ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ ਵੀ ਗੁਰਮੁਖਾਂ ਦਾ ਰਿਜਕ ਕੀ ਹੈ? ਉਹ ਹੈ ਗਿਆਨ। ਤੇ ਗਿਆਨ ਕਿੱਥੋਂ ਮਿਲਦਾ? ਗੁਰੂ ਦੇ ਸ਼ਬਦ ਤੋਂ। ਤੇ ਜਿਹੜੇ ਸਿੱਖ ਨੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਉਹ ਰੋਜ਼ ਹੀ ਸਾਧ ਸੰਗਤ ਫਿਰ ਸ਼ਬਦ ਰੂਪੀ ਮੋਤੀ ਚੁਗਦੇ ਨੇ, ਇਹਦਾ ਆਹਾਰ ਕਰਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਸੋਹਣਾ ਜੀਵਨ ਬਣਾਉਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਗੁਰਮੁਖ ਪਿਆਰੇ ਜਦੋਂ ਨਾਮ ਰੂਪੀ ਅੰਮ੍ਰਿਤ ਦਾ ਚੋਗਾ ਚੁਗਦੇ ਨੇ, ਪਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਹਨੂੰ ਚੰਗੇ ਲੱਗਦੇ ਨੇ। ਜਿਵੇਂ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਬਾਣੀ ਹੈ, ਗੁਰੂ ਦੇ ਸ਼ਬਦ ਨੇ,
ਉਹਦਾ ਆਹਾਰ ਸਿੱਖ ਕਰਦੇ ਨੇ ਜਿਵੇਂ ਹੰਸ ਸਰੋਵਰ ਤੇ ਜਾ ਕੇ ਬੈਠਦਾ ਹੈ। ਜੋ ਬਗ ਬਪੁੜਾ ਛਪੜੀ ਨਹਾਏ। ਫਿਰ ਹੰਸ ਤੋਂ ਬਾਅਦ ਮਹਾਰਾਜ ਨੇ ਬਗਲੇ ਦੀ ਗੱਲ ਕੀਤੀ। ਹੁਣ ਵੇਖੋ, ਜਿੱਥੇ ਬੱਗ ਭਾਵ ਕੇ ਬਗਲਾ ਸ਼ਬਦ ਵਰਤਿਆ ਨਾ, ਉੱਥੇ ਨਾਲ ਬੱਪੜਾ ਸ਼ਬਦ ਵਰਤਿਆ ਹੈ। ਬੱਪੜਾ ਪਤਾ ਕਿਹਨੂੰ ਕਹਿੰਦੇ? ਵਿਚਾਰੇ ਨੂੰ। ਆਪਾਂ ਦੁਨੀਆ 'ਚ ਵੇਖਦੇ ਆ ਨਾ, ਕਈ ਵਾਰ ਬੰਦਾ ਸੱਚ ਨੂੰ ਛੱਡ ਕੇ ਤੇ ਝੂਠ ਵੱਲ ਨੂੰ ਜਾਂਦਾ ਹੈ, ਭਾਵ ਕਿ ਕਿਸੇ ਵਸਤੂ ਦੀ ਪ੍ਰਾਪਤੀ ਲਈ ਉਹ ਥਾਂ ਥਾਂ ਤੇ ਭਟਕਦਾ ਹੈ। ਕਿਸੇ ਵੀ ਵਸਤੂ ਦੀ ਪ੍ਰਾਪਤੀ ਹੋਵੇ, ਧਨ ਦੀ ਹੋਵੇ, ਔਲਾਦ ਦੀ ਹੋਵੇ, ਕੋਈ ਵੀ ਹੋਵੇ, ਤੇ ਸਾਡਾ ਸਮਾਜ ਨਾ ਕਈ ਵਾਰ ਉਹਦੇ ਤੇ ਤਰਸ ਭਰੀ ਨਿਗਾਹ ਜੀ ਕਰਕੇ ਕਹਿੰਦਾ ਹੈ, ਵੇਖੋ ਵਿਚਾਰਾ ਇੰਨੇ ਸਮੇਂ ਤੋਂ ਭਟਕ ਰਿਹਾ ਹੈ। ਜਾਂ ਫਿਰ ਜਿਹੜਾ ਬਹੁਤ ਮਾਂ ਮਿੱਟਰ ਜਿਹਾ ਹੋਵੇ ਨਾ ਸਾਧ ਸੰਗਤ, ਤੇ ਆਪਾਂ ਉਹਦੇ ਲਈ ਸ਼ਬਦ ਵਰਤਦੇ ਹਾਂ ਵਿਚਾਰਾ, ਵੀ ਵੇਖੋ ਇਹ ਵਿਚਾਰਾ ਹੈ। ਤੇ ਮਹਾਰਾਜ ਬਗਲੇ ਦੇ ਹਾਲਾਤਾਂ ਵੱਲ ਵੇਖ ਕੇ ਕਹਿੰਦੇ, ਵੇਖੋ ਦੁਨੀਆ ਦੇ ਲੋਕੋ, ਇਹ ਵਿਚਾਰਾ ਜਿਹੜਾ ਬੰਗਲਾ ਹੈ ਨਾ, ਇਹ ਛੱਪੜੀ ਦੇ ਵਿੱਚ ਨਹਾ ਰਿਹਾ ਹੈ। ਹੁਣ ਛੱਪੜੀ ਦੇ ਵਿੱਚ ਨਹਾ ਰਿਹਾ ਹੈ, ਹੋ ਸਕਦਾ ਵੀ ਨਹਾਉਂਦਾ ਇਸ ਕਰਕੇ ਹੋਵੇ ਵੀ ਆਪਣੇ ਆਪ ਨੂੰ ਸਾਫ਼ ਕਰਨਾ ਚਾਹੁੰਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵੇਖੋ ਦੁਨੀਆ ਦੇ ਲੋਕੋ, ਇਹ ਜਿਹੜਾ ਬੰਗਲਾ ਹੈ ਇਹ ਵਿਚਾਰਾ ਛੱਪੜੀ ਦੇ ਵਿੱਚ ਨਹਾਉਂਦਾ, ਗੰਦ 'ਚ ਨਹਾਉਂਦਾ ਹੈ। ਕੀਚੜ ਡੁੱਬੈ ਮੈਲ ਨਾ ਜਾਏ। ਔਰ ਹੈਰਾਨੀ ਵੇਖੋ ਕਿੱਡੀ ਹੈ ਕਿ ਉਹ ਚਿੱਕੜ ਦੇ ਵਿੱਚ ਆਪਣਾ ਆਪ ਡੋਬ ਤਾਂ ਲੈਂਦਾ ਹੈ, ਪਰ ਉਹਦੀ ਮੈਲ ਕਦੇ ਨਹੀਂ ਜਾਂਦੀ। ਹੁਣ ਮੈਲ ਲਾਉਣ ਦੀ ਤਾਕਤ ਪਤਾ ਕਿਹਦੇ 'ਚ ਹੈ? ਇੱਥੇ ਦੁਨਿਆਵੀ ਅਰਥ ਨਹੀਂ ਆ। ਇੱਕ ਤੇ ਦੁਨਿਆਵੀ ਤੌਰ ਤੇ ਸਾਧ ਸੰਗਤ ਵੇਖਿਆ ਜਾਂਦਾ ਹੈ ਵੀ ਜਿਹੜਾ ਬੰਗਲਾ ਹੈ ਉਹ ਚਿੱਕੜ ਦੇ ਵਿੱਚ ਫਸਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਨੇ ਵੀ ਵੇਖੋ, ਇੱਕ ਮਨਮੁਖ ਵਿਅਕਤੀ ਹੈ। ਜਿਹੜਾ ਮਨਮੁਖ ਵਿਅਕਤੀ ਹੈ ਨਾ, ਉਹ ਕਈ ਵਾਰ ਸੱਚ ਨੂੰ ਛੱਡ ਕੇ, ਆਪਣੇ ਗੁਰੂ ਨੂੰ ਛੱਡ ਕੇ, ਸੰਗਤ ਨੂੰ ਛੱਡ ਕੇ, ਜਿੱਥੋਂ ਸੱਚ ਦੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ, ਉਹਨੂੰ ਛੱਡ ਕੇ ਤੇ ਥਾਂ ਥਾਂ ਦੇ ਉੱਤੇ ਭਟਕਦਾ ਹੈ। ਅਨਮਤੀਆਂ ਦੇ ਡੇਰਿਆਂ ਤੇ, ਮਨਮਤੀਆਂ ਦੇ ਡੇਰਿਆਂ ਤੇ, ਤਰ੍ਹਾਂ ਤਰ੍ਹਾਂ ਦੇ ਉਹ ਇਹੋ ਜਿਹੇ ਕਾਰਜ ਕਰਦਾ ਹੈ ਸਾਧ ਸੰਗਤ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਇਹ ਨਹੀਂ ਪਤਾ ਵੀ ਇਹਦੇ ਨਾਲ ਉਹਦੀ ਮੈਲ ਨਹੀਂ ਲੈ ਸਕਦੀ, ਕਿਉਂਕਿ ਮੈਲ ਤੇ ਜਨਮਾਂ ਜਨਮਾਂਤਰਾਂ ਦੀ ਲੱਗੀ ਆ, ਤੇ ਜਨਮਾਂ ਜਨਮਾਂਤਰਾਂ ਦੀ ਲੱਗੀ ਮੈਲ ਨੂੰ ਧੋਣ ਦੀ ਤਾਕਤ ਕੇਵਲ ਸ਼ਬਦ ਦੇ ਅੰਦਰ ਹੈ, ਕੇਵਲ ਸ਼ਬਦ ਦੇ ਅੰਦਰ। ਆਪਾਂ ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਨਾ, ਜਦੋਂ ਸਾਹਿਬ ਕਹਿੰਦੇ ਨੇ ਕਿ ਭਰੀ ਹੈ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀ ਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਕਹਿੰਦੇ ਗੰਦਗੀ ਕੱਪੜਿਆਂ ਨੂੰ ਲੱਗ ਜਾਵੇ ਤੇ ਸਾਬਣ ਨਾਲ ਲੈ ਸਕਦੀ ਹੈ, ਪਰ ਜਿਹੜੀ ਮਾਤੀ ਪਾਪਾਂ ਨਾਲ ਭਰੀ ਪਈ ਹੈ ਨਾ, ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ, ਗੁਰੂ ਦੇ ਸ਼ਬਦ ਤੋਂ ਬਗੈਰ ਇਹ ਜਿਹੜੀ ਮੈਲ ਹੈ ਇਹ ਕਦੇ ਵੀ ਦੂਰ ਨਹੀਂ ਹੋ ਸਕਦੀ। ਸਾਧ ਸੰਗਤ, ਇਸ ਕਰਕੇ ਕਦੇ ਵੀ ਗੁਰੂ ਰੂਪੀ ਸਰੋਵਰ ਨੂੰ ਛੱਡਣਾ ਨਹੀਂ ਚਾਹੀਦਾ। ਭਗਤ ਕਬੀਰ ਸਾਹਿਬ ਜੀ ਦਾ ਬਹੁਤ ਪਿਆਰਾ ਇੱਕ ਸ਼ਲੋਕ ਹੈ। ਉਹਨਾਂ ਨੇ ਉਦਾਹਰਨ ਤਾਂ ਦਿੱਤੀ ਮੱਛੀ ਦੀ, ਪਰ ਸਮਝਾਇਆ ਇੱਕ ਮਨੁੱਖ ਨੂੰ ਹੈ। ਮੱਛੀ ਨੇ ਕੀ ਕੀਤਾ ਵੀ ਸਮੁੰਦਰ 'ਚ ਜਦੋਂ ਤੈਰਦੀ ਹੈ ਨਾ, ਸੋਹਣੀ ਲੱਗਦੀ ਹੈ, ਉੱਪਰ ਨੂੰ ਛਲਾਂਗ ਲਗਾਉਂਦੀ ਹੈ, ਆਪਾਂ ਦੇਖਦੇ ਹਾਂ ਵੀ ਮੱਛੀ ਕੇਲ ਕਰਦੀ ਹੈ। ਪਰ ਜੇ ਕਿਤੇ ਮੱਛੀ ਸਰੋਵਰ ਨੂੰ ਛੱਡ ਕੇ, ਭਾਵ ਸਮੁੰਦਰ ਨੂੰ ਛੱਡ ਕੇ, ਤੇ ਉਹ ਸਮੁੰਦਰ ਵਰਗਾ ਆਨੰਦ ਕਿਸੇ ਟੋਭੇ 'ਚੋਂ ਲੱਭਣ ਦਾ ਯਤਨ ਕਰੇ ਨਾ, ਤੇ ਭਗਤ ਕਬੀਰ ਜੀ ਕਹਿੰਦੇ ਵੀ ਇਹਦੇ 'ਚ ਕੋਈ ਸ਼ੱਕ ਨਹੀਂ, ਉਹਦੀ ਮੌਤ ਸੰਭਵ ਆ। ਸ਼ਿਕਾਰੀ ਆਊਗਾ, ਝੂਰ ਆਊਗਾ, ਉਹਦੇ ਹੱਥ ਵਿੱਚ ਜਾਲ ਫੜਿਆ ਹੋਵੇਗਾ, ਤੇ ਉਹ ਮੱਛੀ ਤੇ ਪਾਵੇਗਾ ਤੇ ਮੱਛੀ ਉਸ ਜਾਲ 'ਚ ਫਸ ਜਾਵੇਗੀ। ਤਾਂ ਹੀ ਤੇ ਕਬੀਰ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ ਸਾਨੂੰ ਮਨੁੱਖੀ ਜੀਵਾਂ ਨੂੰ ਸਮਝਾਉਣ ਵਾਸਤੇ। ਕਬੀਰ ਜੀ ਕਹਿੰਦੇ ਨੇ, ਕਬੀਰ ਥੋੜੈ ਜਲ ਮਾਛਲੀ, ਜੀਵਰ ਮੇਲਿਓ ਜਾਲ, ਇਹ ਟੋਗ ਨੈਣਾ ਛੂਟ ਸੈਂ, ਫਿਰ ਕਰ ਸਮੁੰਦ ਸੰਭਾਲ। ਕਹਿੰਦੇ ਵੇਖੋ, ਝੂਰ ਆਇਆ, ਸ਼ਿਕਾਰੀ ਆਇਆ, ਮੱਛੀ ਨੇ ਵਿਸ਼ਵਾਸ ਕਰ ਲਿਆ ਟੋਭੇ ਦੇ ਉੱਤੇ। ਸਾਹਿਬ ਜੀ ਕਹਿੰਦੇ ਵੀ ਥੋੜੇ ਪਾਣੀ ਵਿੱਚ, ਗੰਦੇ ਪਾਣੀ ਵਿੱਚ ਉਹ ਮੱਛੀ ਜਿਹੜੀ ਸੀ ਉਹ ਜਾਲ ਵਿੱਚ ਫਸ ਗਈ ਤੇ ਉਹਦੀ ਮੌਤ ਹੋ ਗਈ। ਤੇ ਮੌਤ ਦਾ ਕਾਰਨ ਕੀ ਬਣਿਆ? ਉਹਨੇ ਸਮੁੰਦਰ ਨੂੰ ਛੱਡ ਦਿੱਤਾ, ਆਪਣੇ ਮੁੱਢ ਨੂੰ ਛੱਡ ਦਿੱਤਾ। ਸਤਿਕਾਰਯੋਗ ਸਾਧ ਸੰਗਤ, ਉੱਥੇ ਫਿਰ ਮਨੁੱਖ ਨੂੰ ਸਮਝਾਉਂਦਿਆਂ ਕਬੀਰ ਸਾਹਿਬ ਇੱਕ ਬੜੀ ਪਿਆਰੀ ਤਾਕੀਦ ਕਰਦੇ ਆ। ਕਹਿੰਦੇ ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ, ਭਲੋ ਨਾ ਕਹਿ ਕੋਏ।
ਕਬੀਰ ਜੀ ਕਹਿੰਦੇ ਐ ਜੀਵ ਤੈਨੂੰ ਵੀ ਕਦੇ ਸਮੁੰਦਰ ਨੂੰ ਨਹੀਂ ਛੱਡਣਾ ਚਾਹੀਦਾ, ਭਾਵੇਂ ਕਿ ਉਹਦਾ ਪਾਣੀ ਕਿੰਨਾ ਵੀ ਖਾਰਾ ਕਿਉਂ ਨਾ ਹੋਵੇ, ਕੌੜਾ ਕਿਉਂ ਨਾ ਹੋਵੇ। ਜਿਵੇਂ ਮੱਛੀ ਨੇ ਉਹ ਸਮੁੰਦਰ ਦਾ ਪਾਣੀ ਛੱਡਿਆ, ਸਮੁੰਦਰ ਨੂੰ ਤਿਆਗ ਕੇ ਇੱਕ ਟੋਭੇ ਤੇ ਇੱਕ ਸਾਧ ਸੰਗਤ ਛੱਪੜ ਤੇ ਭਰੋਸਾ ਕਰ ਲਿਆ ਤੇ ਉਹਦੀ ਮੌਤ ਹੋ ਗਈ। ਕਬੀਰ ਜੀ ਕਹਿੰਦੇ ਸੱਚ ਕਰਕੇ ਜਾਣਿਓ, ਜਿਸ ਦਿਨ ਇਹ ਜੀਵ ਗੁਰੂ ਰੂਪੀ ਸਰੋਵਰ ਨੂੰ ਤਿਆਗੇਗਾ ਤੇ ਇਹਦੀ ਵੀ ਆਤਮਿਕ ਮੌਤ ਹੋ ਜਾਵੇਗੀ। ਇਸ ਰਸਤੇ ਤੇ ਤੁਰਦਿਆਂ ਕਈ ਵਾਰ ਸਾਧ ਸੰਗਤ ਜੀ ਬੜੀਆਂ ਪ੍ਰੀਖਿਆਵਾਂ ਵੀ ਹੁੰਦੀਆਂ ਨੇ, ਪਰ ਕਬੀਰ ਜੀ ਕਹਿੰਦੇ ਨਹੀਂ, ਇਸ ਰਸਤੇ ਨੂੰ ਨਹੀਂ ਛੱਡਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਹੀ ਇਸ ਰਸਤੇ ਨੂੰ ਵਾਲ ਤੋਂ ਵੀ ਬਰੀਕ ਤੇ ਖੰਡੇ ਦੀ ਧਾਰ ਤੋਂ ਵੀ ਤਿੱਖਾ ਦੱਸਿਆ। ਜਦੋਂ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਉਹ ਇਸ ਸਾਧ ਸੰਗਤ ਜੀ ਮਾਰਗ ਤੇ ਚੱਲਣ ਦੀ ਤਰਜੀਹ ਜਦੋਂ ਦਿੰਦੇ ਨੇ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਕਹਿੰਦੇ ਨੇ, ਗੁਰ ਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉਥੇ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਸ਼੍ਰੀਮਾਨ ਭਾਈ ਗੁਰਦਾਸ ਜੀ ਤੋਂ ਇਸ ਕਰਕੇ ਸਾਧ ਸੰਗਤ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਕਿ ਸਿੱਖਾਂ ਨੇ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਆਪਣਾ ਚਿਰਵਾ ਦਿੱਤਾ, ਆਪਣੇ ਆਪ ਨੂੰ ਰੂਹ ਵਿੱਚ ਲਪੇਟ ਕੇ ਅੱਗ ਤਾਂ ਲਵਾ ਲਈ, ਉਬਲਦੀਆਂ ਦੇਗਾਂ ਵਿੱਚ ਬੈਠ ਗਏ, ਪਰ ਸੱਚ ਕਰਕੇ ਜਾਣਿਓ ਉਹਨਾਂ ਨੇ ਇਹ ਰਸਤਾ ਨਹੀਂ ਛੱਡਿਆ, ਸਿੱਖੀ ਨੂੰ ਨਹੀਂ ਛੱਡਿਆ। ਅੱਜ ਥੋੜੀ ਜੀ ਕੋਈ ਮੁਸ਼ਕਲ ਆਵੇ, ਥੋੜੀ ਜੀ ਕੋਈ ਬਿਪਤਾ ਆਵੇ ਨਾ, ਜਾਂ ਸਾਡਾ ਕੋਈ ਕਾਰਜ ਗੁਰੂ ਘਰ ਆ ਕੇ ਆਪਾਂ ਅਰਦਾਸ ਕੀਤੀ ਤੇ ਮਹਾਰਾਜ ਦਿੰਦਾ ਤੇ ਜ਼ਰੂਰ ਹੈ, ਕਈ ਵਾਰ ਦੇਰ ਹੋ ਜਾਂਦੀ ਹੈ ਤੇ ਸਾਡਾ ਵਿਸ਼ਵਾਸ ਡੋਲ ਜਾਂਦਾ ਹੈ। ਫਿਰ ਦੁਨੀਆ ਕਿੱਥੇ ਜਾਂਦੀ ਹੈ? ਅੱਜ ਸਵੇਰੇ ਟੀਵੀ ਚੈਨਲ ਕਈ ਇਹੋ ਜਿਹੇ ਨੇ, ਉਹਨਾਂ ਨੂੰ ਔਨ ਕਰੋ ਤੇ ਉੱਥੇ ਫਿਰ ਲਿਖਿਆ ਆਉਂਦਾ ਹੈ, ਆਪਾਂ ਵੇਖਦੇ ਆ ਨਾ, ਕਾਲੇ ਇਲਮ ਦੇ ਮਾਰ, ਬੰਗਾਲੀ ਬਾਬੇ, ਤਾਂਤਰਿਕ, ਇਹੋ ਜਿਹਾ ਅੱਜ ਇੱਕ ਜਾਲ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਵਿਛਾਇਆ ਜਾ ਰਿਹਾ ਹੈ। ਪਰ ਸਾਧ ਸੰਗਤ ਕਿੱਡੀ ਹੈਰਾਨੀ ਦੀ ਗੱਲ ਹੈ, ਬਜ਼ੁਰਗ ਦੱਸਦੇ ਹੁੰਦੇ ਸੀ ਵੀ ਇਲਮ ਸ਼ਬਦ ਉਰਦੂ ਦਾ ਹੈ ਔਰ ਇਹਦਾ ਅਰਥ ਹੁੰਦਾ ਹੈ ਗਿਆਨ, ਤੇ ਗਿਆਨ ਕਦੇ ਵੀ ਕਾਲਾ ਨਹੀਂ ਹੁੰਦਾ। ਪਰ ਹਿੰਦੁਸਤਾਨ ਦੀ ਧਰਤੀ ਤੇ ਗਿਆਨ ਨੂੰ ਵੀ ਕਾਲਾ ਕਹਿ ਕੇ ਲੋਕਾਂ ਨੂੰ ਕਰਮ ਕਾਂਡਾਂ 'ਚ, ਵਹਿਮਾਂ ਭਰਮਾਂ 'ਚ ਧਕੇਲਣ ਦਾ ਯਤਨ ਕੀਤਾ ਗਿਆ। ਪਰ ਇਧਰ ਨੂੰ ਕੌਣ ਤੁਰਦਾ ਹੈ? ਮਨ ਮਤ ਵੱਲ ਨੂੰ ਕੌਣ ਜਾਂਦਾ ਹੈ? ਮਹਾਰਾਜ ਕਹਿੰਦੇ ਇਧਰ ਨੂੰ ਬੰਗਲੇ ਬਿਰਤੀ ਦੇ ਮਾਲਕ ਹੀ ਜਾ ਸਕਦੇ ਆ, ਹੰਸ ਬਿਰਤੀ ਦਾ ਮਾਲਕ ਕਦੇ ਵੀ ਇਧਰ ਨਹੀਂ ਜਾਵੇਗਾ। ਭਾਈ ਤਿਲਕਾ ਜੀ ਦਾ ਅਸੀਂ ਜੀਵਨ ਪੜ੍ਹਦੇ ਆ ਨਾ, ਉਹ ਗੜ੍ਹ ਸ਼ੰਕਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਗੁਰਮਤਿ ਦਾ ਪ੍ਰਚਾਰਕ ਬਣਾ ਕੇ ਤੇ ਸਾਧ ਸੰਗਤ ਜੀ ਸਿੱਖੀ ਦੇ ਰਸਤੇ ਵੱਲ ਤੋਰਿਆ ਸੀ। ਯਾਦ ਰੱਖਣਾ ਕਿ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਭਾਈ ਤਿਲਕੇ ਦਾ ਵਿਸ਼ਵਾਸ ਗੁਰੂ ਤੇ ਸੀ ਨਾ, ਤੇ ਜਿਸ ਇਲਾਕੇ 'ਚ ਭਾਈ ਤਿਲਕਾ ਰਹਿੰਦਾ ਸੀ ਉੱਥੇ ਇੱਕ ਜੋਗੀ ਨੇ ਆ ਕੇ ਲੋਕਾਂ ਦੇ ਅੰਦਰ ਬੜਾ ਵੱਡਾ ਭਰਮ ਪਾ ਦਿੱਤਾ। ਮੈਨੂੰ ਪਖੰਡ ਤੋਂ ਇਹ ਘਟਨਾ ਯਾਦ ਆਈ। ਉਹਨੇ ਲੋਕਾਂ 'ਚ ਭਰਮ ਪਾ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਮੈਂ ਉਹਨੂੰ 1 ਸਾਲ ਦਾ ਸਵਰਗ ਦੇਵਾਂਗਾ। ਬੜੇ ਲੋਕ ਗਏ ਉੱਡ ਕੇ, ਕਿਉਂਕਿ ਲਾਲਚ ਦੀ ਥੋੜਾ ਜਿਹਾ ਦੇਣ ਦੀ ਦੇਰ ਹੁੰਦੀ ਹੈ। ਪਰ ਜਿਹੜਾ ਹੰਸ ਬਿਰਤੀ ਦਾ ਮਾਲਕ ਹੈ ਉਹ ਕਦੀ ਇਹੋ ਜਿਹੇ ਸਵਰਗ ਨੂੰ, ਸਾਧ ਸੰਗਤ ਜੀ, ਉਹਦੇ ਸਵਰਗ ਨੂੰ ਠੋਕਰ ਮਾਰੇਗਾ ਇਹੋ ਜਿਹੀ। ਬੜੇ ਲੋਕ ਆਏ ਤੇ ਉਸ ਜੋਗੀ ਮਹੇਸ਼ੇ ਨੇ ਪੁੱਛਿਆ ਵੀ ਸਾਰੇ ਆ ਗਏ ਆਪਣੇ ਚੇਲਿਆਂ ਚਾਪੜਿਆਂ ਨੂੰ? ਕਹਿੰਦੇ ਜੀ ਸਾਰੇ ਆ ਗਏ ਪਰ ਇੱਕ ਨਹੀਂ ਆਇਆ। ਕਹਿੰਦੇ ਜਾਓ ਉਹਨੂੰ ਕਹਿ ਦਿਓ ਵੀ ਤੇਰੇ ਲਈ ਖੁੱਲੀ ਆਫਰ ਹੈ ਵੀ ਦੁਨੀਆ ਨੂੰ 1 ਸਾਲ ਦਾ ਸਵਰਗ, ਤੈਨੂੰ 5 ਸਾਲ ਦਾ ਸਵਰਗ ਦੇਵਾਂਗੇ। ਉਹਨੂੰ ਜਾ ਕੇ ਜੋਗੀ ਦੇ ਚੇਲਿਆਂ ਕਿਹਾ, ਤਿਲਕਾ ਜੀ ਤੁਹਾਡੇ ਲਈ 5 ਸਾਲ ਦੇ ਸਵਰਗ ਦੀ ਆਫਰ ਆਈ ਹੈ। ਤੇ ਭਾਈ ਸਾਹਿਬ ਭਾਈ ਤਿਲਕਾ ਜੀ ਗੁਰੂ ਦੇ ਸਿੱਖ ਸਨ, ਉਹਨਾਂ ਨੇ ਸਾਧ ਸੰਗਤ ਉਹ ਵੀ ਪੇਸ਼ਕਸ਼ ਠਕਰਾ ਦਿੱਤੀ। ਫਿਰ ਤੀਸਰੀ ਵਾਰ ਜੋਗੀ ਨੇ ਸੁਨੇਹਾ ਘੱਲਿਆ ਵੀ ਜਾਓ ਇਸ ਵਾਰ ਉਸ ਨੂੰ ਕਹੋ ਕਿ ਤੈਨੂੰ ਸਾਰੀ ਉਮਰ ਲਈ ਸਵਰਗ ਦਿੱਤਾ, ਤੂੰ ਵੀ ਇੱਕ ਵਾਰ ਬਾਕੀਆਂ ਵਾਂਗ ਆ ਕੇ ਮੇਰੇ ਦਰਸ਼ਨ ਕਰ ਲੈ। ਤੇ ਭਾਈ ਤਿਲਕਾ ਜੀ ਨੇ ਕਿਹਾ ਨਹੀਂ। ਕਿਉਂ? ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਗੁਰੂ ਦੇ ਚਰਨਾਂ 'ਚ ਆ ਕੇ ਬਹਿੰਦਾ ਹੈ ਤੇ ਇਹਦੇ ਤੋਂ ਵੱਡਾ ਸਿੱਖ ਵਾਸਤੇ ਕੋਈ ਸਵਰਗ ਨਹੀਂ ਆ। ਆਪਾਂ ਬਾਣੀ ਦੇ ਅੰਦਰ ਪੜ੍ਹਦੇ, ਜਦੋਂ ਮਹਾਰਾਜ ਸਾਹਿਬ ਭਗਤ ਜੀ ਕਹਿੰਦੇ ਨੇ ਨਾ ਕਿ ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ। ਕਹਿੰਦੇ ਗੁਰੂ ਦੀ ਕਿਰਪਾ ਨਾਲ ਅਸੀਂ ਤੇ ਇਹਨਾਂ ਨਰਕਾਂ ਸਵਰਗਾਂ ਦੀ ਵਿਚਾਰ ਕਰਦੇ ਹੀ ਨਹੀਂ। ਭਾਈ ਤਿਲਕਾ ਜੀ ਕਹਿਣ ਲੱਗੇ ਨਹੀਂ, ਮੈਂ ਤੇ ਰਹਿਣਾ ਹੀ ਸਵਰਗ ਦੇ ਵਿੱਚ ਆ, ਮੇਰੇ ਗੁਰੂ ਦੇ ਚਰਨ ਮੇਰੇ ਲਈ ਸਵਰਗ ਨੇ। ਏਡਾ ਵੱਡਾ ਵਿਸ਼ਵਾਸ ਵੇਖ ਕੇ, ਏਡਾ ਵੱਡਾ ਈਮਾਨ ਵੇਖ ਕੇ ਉਹ ਜੋਗੀ ਨੂੰ ਮਜਬੂਰ ਹੋਣਾ ਪਿਆ। ਖਾਲਸਾ ਜੀ, ਉਹਨੇ ਕਿਹਾ ਚਲੋ ਭਾਈ ਤਿਲਕਾ ਮੇਰੇ ਡੇਰੇ ਤੇ ਨਹੀਂ ਆਇਆ,
मैं ਇਹੋ ਜਿਹੇ सरड़ी सिख दे जाके ते दर्शन करा। भाई साहब ने बूहा बंद किया है, जोगी बाहर बैठा है, कहता जे तू मेरे दर्शन नहीं करने ते घट्टो घट मैनू अपने दर्शन तां दे दे। हंस बिरती किनू कहंदे आ? अंदरों आवाज आई, जोगी चला जा, मेरे गुरु अर्जन देव सच्चे पातशाह दा ये हुक्म है कि सिख ना पखंडी दे दर्शन करदा है ते ना ही किसी पखंडी नू दर्शन दिंदा है। भाव के ना पखंडी दे मूँह लगदा है ते ना ही मैं अपना मूँह किसी पखंडी नू दिखाउणा चाहुंदा हां। साध संगत जी, इत्थों तक के गुरु दा वास्ता पाया उस जोगी ने, ते सिख ने जदों सुनिया भी वास्ता मेरे गुरु दा पाया है, उन्हें बूहा खोलिया, किवाड़ खोलिया और बाहर आया ते ओ जोगी इहो जे महान सतगुरु दे सिख दे चरनां ते डिग पिया। उहदा विश्वास वेख के साध संगत जी उन्हें कहा मैनू भी अपने वर्गा बना। ते वेखो सिख कहंदा जोगी जी मेरी की औकात है, मेरी की ताकत है भी मैं तैनू अपने वर्गा बना सकदा। जे मेरे वर्गा बनना है आ मैं तैनू पंचम गुरदेव धन गुरु अर्जन देव सच्चे पातशाह दे चरनां च लैके जावां। इनू कहा जाता है हंस बिरती के सत्कारयोग साध संगत। वो कदे भी जेड़े मनमुख लोग ने, हुण वेखो वो बड़े गए होणगे, अज भी जाते ने। मैं तो हैरान हाँ, आ जिहड़ा समा चल रहा ना खालसा जी, ये समा चल रहा है करोना महामारी का। आपां नूं सब नूं पता है भी की कुछ पंजाब की धरती ते वापर रहा है। पर जेड़े प्रभु परमात्मा दे प्यारे ने, गुरमुख हंस ने, वो अज भी अपना आप सेफ रख के ते समाज दे अंदर साध संगत जी सेवा कर रहे हैं और इन्नी सेवा कर रहे ने। वैसे सिखा ते गुरु ने किरपा ही एडी की है, जे चाह दा लंगर लाउणा पिया ते सिख चाह दा लंगर लावे, ते जे अज साह दा लंगर लाउणा पिया ते सिखा ने साह दा लंगर लाउण च भी कोई कसर बाकी नहीं छड्डी। अज वेखो सिख पंथ की नुमाइंदा जथेबंदी श्रोमणी गुरुद्वारा प्रबंधक कमेटी, तुसी आलमगीर साहब जाके वेखो, तख्त श्री दमदमा साहब जाके वेखो, आ भलाथ हलके च जाके वेखो, गुरु रामदास महाराज जी दे नां ते बनिया होया जिहड़ा हस्पताल है, उथों दे वलंटीयर, उथों दे वीर भैणा रात दिन साध संगत जी इस सेवा दे विच जुटे हुए ने। इस करके सेवा करन दी प्रेरणा गुरु दी संगत विच आके मिलदी है। ते जे बग बपड़ा वेखना होवे ना, भाव कि अज भी बंगला बिरती वेखना होवे, बड़े लोग ने दुनिया ते। मैं अगे भी कई बार बेनती की साध संगत, बंदा बीमारी नाल नहीं जे मरदा, याद रखना, बंदा डर दे नाल ते सहम दे नाल मरदा है। इस करके बिना किसी डर खौफ सहम तो गुरु दे उत्ते विश्वास रख के चलिए, गुरु साहब कृपा करनगे, बख्शिश करनगे। तो महाराज धन गुरु नानक साहब जी कृपा कर रहे ने। साहब कहंदे वेखो बंगला विचारा चिक्कड़ दे विच चुब्बियां लाउंदा है, पर वेखो चिक्कड़ दे विच इहने अपना आप डुबोया, पर अपना आप चिक्कड़ विच डुबोण दे नाल इहदी मैल नहीं लथी है। फिर विश्राम दे के, रहाओ दा अर्थ है ठहरना, क्योंकि महाराज ने वार वार बाणी दे अंदर रहाओ शब्द की वरतों की है कि बाणी रोक रोक के पढ़ो, बाणी मुस्कुरा के पढ़ो, बाणी आनंद नाल पढ़ो। और बाणी च भी महाराज कहते ने हर का बिलोव ना बिलोवो मेरे भाई, सहज बिलोवो जैसे तत ना जाई। इस करके साध संगत महाराज फिर विश्राम दे के, ठहरा दे के फरमाउंदे हन, रख रख चरण धरे विचारी। साहब कहंदे फिर जेड़े गुरमुख हंस ने ना, वो समाज दे विच जेड़े अपने कदम रखते ने, वो बड़े प्यार दे नाल भी इस तरीके नाल दुनिया च विचरदे ने भी साडे करके दुनिया दे उत्ते किसी नूं तकलीफ ना होवे। हुण चरण रखण दा मतलब ये नहीं तुरना, जिवें आपां आनंद साहब दे अंदर पढ़दे आ ना, महाराज साहब कहंदे भगतां की चाल निराली, भी जेड़े रब दे प्यारे भगत ने उन्हां दी दुनिया दे उत्ते चाल वखरी है। चाल तो भाव तुरन वाली चाल नहीं, उन्हां दा उठना बैठना बोलना सुनना, उन्हां दे हत्थां नाल कर्म करने। इस करके साध संगत जिन्हां ने ये मन विच धारणा पैदा कर लई ना कि असीं हत्थां नाल चंगे कर्म करने ने, अपने कन्नां नाल गुरु दे शब्द नूं सुनना है, अपनी जीभ दे नाल उस परमेश्वर वाहिगुरू अकाल पुरख की बाणी वध तो वध पढ़नी है, नाम जपना है। महाराज सच्चे पातशाह कहंदे ये चाल है असल दे विच। ते गुरु अमरदास जी फिर की कहंदे ने, भगतां की चाल निराली, चालां निराली भगतां केरी, बिखम मार्ग चलना,
ਇਹ ਰੱਖ ਰੱਖ ਚਰਨ ਧਰੇ ਵਿਚਾਰੀ ਕੋਈ ਸੌਖਾ ਰਸਤਾ ਨਹੀਂ ਆ। ਅਸੀਂ ਤੇ ਚੁਗਲੀਆਂ, ਨਿੰਦਿਆ, ਈਰਖਾ ਦੇ ਨਾਲ ਭਰੇ ਪਏ ਆ ਸਾਧ ਸੰਗਤ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਹੰਸ ਨੇ ਨਾ, ਗੁਰੂ ਦੀ ਸੰਗਤ ਵਿੱਚ ਆਉਂਦੇ ਨੇ, ਉਹਨਾਂ ਦਾ ਜੀਵਨ ਚੁਗਲੀ, ਨਿੰਦਿਆ, ਈਰਖਾ ਤੋਂ ਰਹਿਤ ਹੋ ਜਾਂਦਾ ਹੈ। ਉਹ ਸਵੱਛ ਬਣ ਜਾਂਦੇ ਹਨ। ਤੇ ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ? ਕਹਿੰਦੇ ਰਸਤਾ ਬੜਾ ਬਿਖਮ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਇਸ ਰਸਤੇ ਤੇ ਤੁਰ ਕੇ ਲੱਭ ਵੀ ਛੱਡਣਾ ਪੈਂਦਾ, ਹੰਕਾਰ ਛੱਡਣਾ ਪੈਂਦਾ, ਲੋਭ ਛੱਡਣਾ ਪੈਂਦਾ, ਤੇ ਸਭ ਤੋਂ ਵੱਡੀ ਗੱਲ ਤ੍ਰਿਸ਼ਨਾ ਛੱਡਣੀ ਪੈਂਦੀ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ, ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਰਸਤੇ ਤੇ ਫਿਰ ਬਹੁਤਾ ਬੋਲਣਾ ਵੀ ਨਹੀਂ, ਉਹੀ ਬੋਲ ਬੋਲਣੇ ਜਿਹੜੇ ਗੁਰੂ ਨੂੰ ਭਾ ਜਾਣ। ਜਿਤ ਬੋਲਿਐ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਗੁਰੂ ਨੂੰ ਵੀ ਉਹੀ ਪ੍ਰਵਾਨ ਹੈ ਜਦੋਂ ਮਿੱਠਾ ਬੋਲਦੇ ਹਾਂ, ਚੰਗਾ ਬੋਲਦੇ ਹਾਂ। ਜਦੋਂ ਕੋਈ ਬੰਦਾ ਖਰਵਾ ਬੋਲੇ, ਨਾ ਸਮਾਜ ਨੂੰ ਪ੍ਰਵਾਨ ਹੈ ਤੇ ਨਾ ਸਾਡੇ ਉਸ ਗੁਰੂ ਨਿਰੰਕਾਰ ਨੂੰ ਪ੍ਰਵਾਨ ਹੈ। ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਵੀ ਜਿਸ ਰੱਬ ਦੀ ਭਗਤੀ ਕਰਨੀ ਉਹ ਵੀ ਮਿੱਠ ਬੋਲਣਾ ਹੈ, ਉਹਨੇ ਵੀ ਕਦੇ ਕੌੜਾ ਸ਼ਬਦ ਆਪਣੀ ਜ਼ੁਬਾਨ ਤੋਂ ਨਹੀਂ ਕਿਹਾ। ਆਪਾਂ ਬਾਣੀ 'ਚ ਪੜ੍ਹਦੇ ਮਹਾਰਾਜ ਦੇ ਬੋਲ, ਸਾਹਿਬ ਜੀ ਕਹਿੰਦੇ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਤੋ ਇਸ ਕਰਕੇ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਆਪਣਾ ਫੂਕ ਫੂਕ ਕੇ ਕਦਮ ਰੱਖਦੇ ਨੇ, ਭਾਵ ਕਿ ਉਹਨਾਂ ਦਾ ਉੱਠਣਾ ਬੈਠਣਾ ਸੰਸਾਰ ਦਾ ਜਿਹੜਾ ਉਹ ਆਮ ਲੋਕਾਂ ਦੇ ਨਾਲੋਂ ਵੱਖਰਾ ਹੈ। ਉਹ ਤੇ ਗੱਲ ਗੱਲ ਤੇ ਸੋਚਦੇ ਨੇ ਵੀ ਸਾਡੇ ਬੋਲਣ ਕਰਕੇ, ਸਾਡੇ ਹੱਥਾਂ ਕਰਕੇ ਕਦੇ ਵੀ ਕਿਸੇ ਦਾ ਬੁਰਾ ਨਾ ਹੋਵੇ। ਦੁਬਦਾ ਛੋੜ ਭਏ ਨਿਰੰਕਾਰੀ। ਤੇ ਜਿਹੜੇ ਗੁਰਮੁਖ ਹੰਸ ਨੇ ਨਾ ਸਾਧ ਸੰਗਤ, ਉਹਨਾਂ ਦੀ ਗੱਲ ਹੀ ਮਹਾਰਾਜ ਸਾਰੇ ਇਹਨਾਂ ਪਦਿਆਂ ਵਿੱਚ ਕਰ ਰਹੇ ਨੇ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਫਿਰ ਦੁਬਿਧਾ ਨੂੰ ਉਹ ਛੱਡ ਦਿੰਦੇ ਨੇ। ਦੁਬਿਧਾ ਕੀ ਹੈ ਕਿ ਵੇਖੋ ਇੰਨੀ ਉਮਰ ਲੰਘ ਗਈ, ਅੰਮ੍ਰਿਤ ਛਕਾਂ ਤੇ ਨਾ ਛਕਾਂ, ਗੁਰਦੁਆਰੇ ਜਾਵਾਂ ਤੇ ਨਾ ਜਾਵਾਂ, ਅੰਮ੍ਰਿਤ ਵੇਲੇ ਉੱਠਾਂ ਤੇ ਨਾ ਉੱਠਾਂ, ਸਾਡੀ ਜ਼ਿੰਦਗੀ ਇਹ ਦੁਬਿਧਾ ਦੇ ਵਿੱਚ ਹੀ ਲੰਘਦੀ ਜਾ ਰਹੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਬਾਣੀ ਵਿੱਚ ਕਹਿੰਦੇ ਸਿੱਖ ਹੈ ਨਾ ਜਿਹੜਾ, ਉਹ ਦੁਬਿਧਾ ਦਾ ਤਿਆਗ ਕਰਦਾ ਹੈ। ਆਪਾਂ ਬਾਣੀ ਦੇ ਅੰਦਰ ਪੜ੍ਹਦੇ, ਮਹਾਰਾਜ ਕਹਿੰਦੇ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਇਸ ਕਰਕੇ ਸਾਹਿਬ ਜੀ ਕਹਿੰਦੇ ਆ ਕਿ ਨਿਰੰਕਾਰ ਨਾਲ ਜੁੜ ਜਾਂਦੇ ਨੇ ਤੇ ਜਿਹੜੇ ਗੁਰਮੁਖ ਨੇ ਆਪਣੀ ਜ਼ਿੰਦਗੀ ਚੋਂ ਦੁਬਿਧਾ ਨੂੰ ਪਾਸੇ ਕਰਦੇ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਤੇ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਦੇ ਜਿਹੜੇ ਨਾਮ ਰੂਪੀ ਪਦਾਰਥ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਚੱਖਦੇ ਹਨ ਜਿਹੜੇ ਗੁਰਮੁਖ ਹੰਸ ਹਨ, ਭਾਵ ਕਿ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਦਾ ਆਹਾਰ ਕਰਦੇ ਹਨ। ਆਵਨ ਜਾਨ ਰਹੇ ਗੁਰ ਰਾਖੇ। ਤੇ ਉਹਨਾਂ ਦਾ ਜਿਹੜਾ ਜੰਮਣ ਮਰਨਾ ਹੈ, ਭਾਵ ਕਿ ਜਿਹੜੇ ਇਸ ਰਸਤੇ ਤੇ ਤੁਰੇ, ਪਰਮਾਰਥ ਦੇ ਰਸਤੇ ਤੇ, ਸੱਚ ਦੇ ਰਸਤੇ ਤੇ, ਉਹਨਾਂ ਦਾ ਜਿਹੜਾ ਆਉਣਾ ਜਾਣਾ ਹੈ ਨਾ, ਭਾਵ ਕਿ ਜੰਮਣਾ ਮਰਨਾ ਹੈ, ਇਹਦੇ ਤੋਂ ਵੀ ਗੁਰੂ ਫਿਰ ਰੱਖ ਲੈਂਦਾ ਹੈ। ਉਹ ਫਿਰ ਮਰਨ ਤੋਂ ਬਾਅਦ ਮਹਾਰਾਜ ਜਿਵੇਂ ਬਾਣੀ ਵਿੱਚ ਕਹਿੰਦੇ ਨਾ ਵੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਉਹ ਵਾਹਿਗੁਰੂ ਆਪਣੇ 'ਚ ਜੋੜ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦਾ ਜੰਮਣਾ ਮਰਨਾ ਜਿਹੜਾ ਉਹ ਵੀ ਗੁਰੂ ਖਤਮ ਕਰ ਦਿੰਦਾ ਹੈ। ਸਰਵਰ ਹੰਸਾ ਛੋੜ ਨਾ ਜਾਏ। ਜਿਹੜਾ ਹੰਸ ਹੈ ਨਾ ਸਾਧ ਸੰਗਤ, ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਉਹ ਕਦੇ ਵੀ ਜਦੋਂ ਆਹਾਰ ਕਰਦਾ ਹੈ ਤੇ ਉਹ ਕਿੱਥੇ ਜਾਂਦਾ ਹੈ ਸਾਧ ਸੰਗਤ? ਉਹ ਸਰੋਵਰ ਦੇ ਕੋਲ ਹੀ ਜਾਂਦਾ ਹੈ। ਜਿਵੇਂ ਹੰਸ ਜਿਹੜਾ ਇਹ ਸਰੋਵਰ ਨੂੰ ਕਦੇ ਛੱਡਦਾ ਨਹੀਂ, ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਉਹ ਸਾਧ ਸੰਗਤ ਰੂਪੀ ਸਰੋਵਰ ਵਿੱਚ ਨਿੱਤਾ ਪ੍ਰਤ ਆਉਂਦੇ ਹਨ। ਪ੍ਰੇਮ ਭਗਤ ਕਰ ਸਹਿਜ ਸਮਾਏ। ਤੇ ਪ੍ਰੇਮਾ ਭਗਤੀ ਦੇ ਰਾਹੀਂ, ਕਿਉਂਕਿ ਗੁਰੂ ਨੇ ਪ੍ਰੇਮਾ ਭਗਤੀ ਦੱਸਣੀ ਹੈ, ਇੱਥੇ ਆ ਕੇ ਚੰਗੇ ਗੁਣ ਗ੍ਰਹਿਣ ਕਰਨੇ ਨੇ,
ਤੋ ਉਸ ਪ੍ਰੇਮਾ ਭਗਤੀ ਵਾਹਿਗੁਰੂ ਨਾਲ ਪ੍ਰੇਮ ਕਰਕੇ ਉਹਦੀ ਭਗਤੀ ਦੇ ਦੁਆਰਾ ਫਿਰ ਕੀ ਹੁੰਦਾ ਹੈ, ਸਹਿਜ ਸਮਾਏ ਵੀ ਉਸ ਕਾਲ ਪੁਰਖ ਵਾਹਿਗੁਰੂ ਦੇ ਅੰਦਰ ਸਹਿਜੇ ਹੀ ਇਹੋ ਜਿਹੇ ਗੁਰਮੁਖ ਪਿਆਰੇ ਹੰਸ ਬਿਰਤੀ ਵਾਲੇ ਸਮਾ ਜਾਂਦੇ ਹਨ। ਵਰ ਮੈਂ ਹੰਸ ਹੰਸ ਮੈਂ ਸਾਗਰ। ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਗੁਰਮੁਖ ਜਨ ਆਏ ਤੇ ਗੁਰਮੁਖ ਜਨਾਂ ਦੇ ਅੰਦਰ ਫਿਰ ਸਾਗਰ ਭਾਵ ਕੇ ਗਿਆਨ ਪੈਦਾ ਹੁੰਦਾ ਹੈ। ਕਥ ਕਥਾ ਗੁਰ ਬਚਨੀ ਆਦਰ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਵਿੱਚ ਆ ਕੇ ਗੁਰਮੁਖ ਜਿਹੜੇ ਨੇ ਨਾ, ਗੁਰਮੁਖ ਹੰਸ, ਉਹ ਵਾਹਿਗੁਰੂ ਦੀ ਇਬਾਦਤ ਕਰਦੇ ਨੇ, ਪ੍ਰੇਮਾ ਭਗਤੀ ਵਿੱਚ ਗੜੋਚੋ ਜਾਂਦੇ ਨੇ। ਤੇ ਸਾਹਿਬ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹਦੀ ਕਥਾ ਅਕਥ ਹੈ, ਕਹਿਣ ਕਥਨ ਤੋਂ ਬਾਹਰਾ ਹੈ। ਸਾਹਿਬ ਜੀ ਕਹਿੰਦੇ ਗੁਰੂ ਦੇ ਬਚਨਾਂ ਦੁਆਰਾ ਉਹ ਫਿਰ ਮਨੁੱਖ ਜਿਹੜੇ ਦੁਨੀਆ ਦੇ ਉੱਤੇ ਆਦਰ, ਆਦਰ ਦਾ ਅਰਥ ਹੈ ਸਤਕਾਰ, ਉਹ ਮਾਣ ਸਤਕਾਰ ਪ੍ਰਾਪਤ ਕਰਦੇ ਨੇ। ਹੁਣ ਵੇਖੋ ਮਾਣ ਸਤਕਾਰ ਕਿਹਨੂੰ ਮਿਲਦਾ ਹੈ? ਜੇ ਸਾਡੀ ਭਾਸ਼ਾ ਹੀ ਖਰਵੀ ਹੋਵੇ ਵੀ ਗੱਲ ਗੱਲ ਤੇ ਬੰਦੇ ਨੂੰ ਕ੍ਰੋਧ ਆਉਂਦਾ ਹੈ, ਗੁੱਸਾ ਆਉਂਦਾ ਹੈ, ਬੰਦਾ ਕਾਮ ਨਾਲ ਭਰਿਆ ਪਿਆ ਹੈ, ਲੋਭ ਨਾਲ ਭਰਿਆ ਪਿਆ ਹੈ, ਉਹ ਬੰਦਾ ਕਦੇ ਵੀ ਸਮਾਜ ਵਿੱਚ ਸਤਕਾਰ ਦਾ ਪਾਤਰ ਨਹੀਂ ਬਣਦਾ। ਪਰ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਜਿਹਨੂੰ ਵਿਚਰਨਾ ਆ ਗਿਆ, ਔਰ ਵੇਖੋ ਸਾਧ ਸੰਗਤ ਮਹਾਰਾਜ ਨੇ ਤੇ ਰਸਤਾ ਹੀ ਬੜਾ ਸੁਖਾਲਾ ਦੱਸਿਆ ਸਾਨੂੰ। ਤਾਂ ਹੀ ਸਾਹਿਬ ਕਹਿੰਦੇ ਨਾ ਬਾਣੀ ਦੇ ਅੰਦਰ ਕਿ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਾਨੂੰ ਤੇ ਘਰ ਛੱਡਣ ਲਈ ਵੀ ਨਹੀਂ ਕਿਹਾ ਮਹਾਰਾਜ ਨੇ ਵੀ ਜੰਗਲਾਂ 'ਚ ਚਲੇ ਜਾਓ, ਸਾਨੂੰ ਇਹ ਵੀ ਨਹੀਂ ਕਿਹਾ ਗ੍ਰਸਤ ਛੱਡ ਦਿਓ। ਮਹਾਰਾਜ ਕਹਿੰਦੇ ਸਿੱਖ ਉਹ ਹੈ ਜਿਹੜਾ ਘਰ ਪਰਿਵਾਰ 'ਚ ਰਹਿ ਕੇ ਹੱਸਦਿਆਂ ਖੇਡਦਿਆਂ ਪੈਂਦਿਆਂ ਖਾਂਦਿਆਂ ਉਹਦਾ ਜੀਵਨ ਜੁਗਤੀ ਉਹਦੀ ਵੱਖਰੀ ਹੈ। ਇਸ ਕਰਕੇ ਸਾਹਿਬ ਜੀ ਫਿਰ ਬਖਸ਼ਿਸ਼ ਕਰ ਰਹੇ ਨੇ ਕਿ ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰ ਬਚਨੀ ਆਦਰ। ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਕੇ ਇਹੋ ਜਿਹੇ ਗੁਰਮੁਖ ਪਿਆਰੇ ਮਾਣ ਪਾਉਂਦੇ ਹਨ। ਸੁਨ ਮੰਡਲ ਇੱਕ ਜੋਗੀ ਬੈਸੇ। ਸਾਧ ਸੰਗਤ ਸੁਨ ਮੰਡਲ ਦਾ ਅਰਥ ਹੈ ਅਫੁਰ ਅਵਸਥਾ, ਔਰ ਇਸ ਅਫੁਰ ਅਵਸਥਾ ਦਾ ਮਾਲਕ ਕੌਣ ਬਣਦਾ ਹੈ ਫਿਰ ਇਸ ਰਸਤੇ ਤੇ ਚੱਲ ਕੇ? ਉਹ ਮਨੁੱਖ ਜਿਨਨੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ, ਉਹਨੂੰ ਹੀ ਮਹਾਰਾਜ ਨੇ ਇੱਥੇ ਜੋਗੀ ਕਿਹਾ ਹੈ। ਇਤਨਾ ਸਮਾਂ ਨਹੀਂ ਇਹਦੀ ਖੁੱਲ ਕੇ ਵਿਆਖਿਆ ਕਰ ਸਕਾਂ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਮਾਨੋ ਅਫੁਰ ਅਵਸਥਾ ਨੂੰ ਇੱਕ ਜਿਹੜਾ ਮਨੁੱਖ ਹੈ, ਗੁਰੂ ਦਾ ਸਿੱਖ ਹੈ, ਉਹ ਪ੍ਰਾਪਤ ਕਰ ਲੈਂਦਾ ਹੈ। ਨਾਰ ਨ ਪੁਰਖ ਕਹੋ ਕੋ ਕੈਸੇ। ਇਹ ਉਹ ਅਵਸਥਾ ਹੈ ਸੁਨ ਮੰਡਲ ਕਿ ਜਿੱਥੇ ਜਾ ਕੇ ਨਾਰ ਤੇ ਪੁਰਖ ਵਾਲੀ ਜਿਹੜੀ ਚੇਸ਼ਟਾ ਹੈ, ਭਾਵ ਕਿ ਕਾਮ ਤੋਂ ਵੀ ਮਨੁੱਖ ਬਚ ਜਾਂਦਾ ਹੈ। ਤੇਰੇ ਭਵਨ ਜੋਤ ਰਹੇ ਲਿਵਲਾਈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਭਵਨਾਂ ਵਿੱਚ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਜਿਹਦਾ ਪਸਾਰਾ ਹੈ ਸਭ ਮੈਂ ਜੋਤ, ਜੋਤ ਹੈ ਸੋਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਤਿੰਨਾਂ ਭਵਨਾਂ ਦੇ ਮਾਲਕ ਕਾਲ ਪੁਰਖ ਵਾਹਿਗੁਰੂ ਦੇ ਨਾਲ ਇਹੋ ਜਿਹੇ ਗੁਰਮੁਖ ਪਿਆਰੇ ਆਪਣੀ ਲਿਵ ਲਾਉਂਦੇ ਹਨ। ਸੁਰ ਨਰ ਨਾਥ ਸੱਚੇ ਸਰਨਾਈ। ਔਰ ਜਿੰਨੇ ਵੀ ਦੇਵਤੇ ਹਨ, ਮਨੁੱਖ ਹਨ, ਨਾਥ ਹਨ, ਜੋਗੀ ਲੋਕ ਹਨ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਨੋ ਸਾਰੇ ਹੀ ਤੇਰੀ ਸ਼ਰਨ ਵਿੱਚ ਹਨ। ਆਨੰਦ ਮੂਲ ਅਨਾਥ ਆਧਾਰੀ। ਔਰ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਆਨੰਦ ਦੇਣ ਵਾਲਾ ਹੈ, ਆਨੰਦ ਦਾ ਦਾਤਾ ਹੈ। ਔਰ ਸਾਹਿਬ ਜੀ ਕਹਿੰਦੇ ਜਿਹੜੇ ਅਨਾਥ ਹਨ ਉਹਨਾਂ ਦਾ ਆਸਰਾ ਹੈ, ਭਾਵ ਕਿ ਨੇ ਆਸਰਿਆਂ ਦਾ ਪਰਮੇਸ਼ਰ ਵਾਹਿਗੁਰੂ ਆਸਰਾ ਹੈ। ਰੋਜ਼ ਆਪਾਂ ਅਰਦਾਸ ਵਿੱਚ ਕਹਿੰਦੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਵੀ ਉਹ ਪਰਮੇਸ਼ਰ ਵਾਹਿਗੁਰੂ ਅਨਾਥਾਂ ਦਾ ਨਾਥ ਹੈ। ਗੁਰਮੁਖ ਭਗਤ ਸਹਿਜ ਵਿਚਾਰੀ। ਤੇ ਜਿਹੜੇ ਗੁਰਮੁਖ ਜਨ ਹਨ ਉਹ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ। ਭਗਤ ਵਸ਼ਲ ਭੈ ਕਾਟਣ ਹਾਰੇ। ਭਗਤਾਂ ਨੂੰ ਆਸਰਾ ਦੇਣ ਵਾਲਾ ਹੈ, ਸਾਰੇ ਦੁੱਖ ਵਾਹਿਗੁਰੂ ਦਾ ਨਾਮ ਦੂਰ ਕਰਨ ਵਾਲਾ ਹੈ। ਤੇ ਜਿੰਨੇ ਵੀ ਡਰ ਆਦਿਕ ਹਨ, ਵਕਾਰ ਹਨ, ਉਹਨਾਂ ਸਾਰਿਆਂ ਤੋਂ ਬੰਦ ਖਲਾਸੀ ਕਰਵਾਉਣ ਵਾਲਾ ਹੈ। ਮੈਂ ਮਾਰ ਮਿਲੇ ਭਗਤ ਹਾਰੇ। ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਚੋਂ ਹਉਮੈ ਨੂੰ, ਹੰਕਾਰ ਨੂੰ ਪਾਸੇ ਕਰ ਲਿਆ ਤੇ ਗੁਰੂ
ਅਕਾਲ ਪੁਰਖ ਵਾਹਿਗੁਰੂ ਭਾਵ ਕਿ ਗੁਰੂ ਸ਼ਬਦ ਦੇ ਨਾਲ ਉਹਨਾਂ ਨੇ ਆਪਣੀ ਬਿਰਤੀ ਨੂੰ ਜੋੜ ਲਿਆ, ਗੁਰੂ ਦੇ ਚਰਨਾਂ ਦਾ ਆਸਰਾ ਤੱਕ ਲਿਆ। ਅਨਕ ਜਤਨ ਕਰ ਕਾਲ ਸੰਤਾਏ। ਤੋ ਸਾਹਿਬ ਜੀ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਕਿ ਕਿੰਨੇ ਮਰਜ਼ੀ ਯਤਨ ਕੀਤੇ ਜਾਣ, ਜਿਹੜਾ ਵਕਾਰਾਂ ਦਾ ਜਿਹੜਾ ਦੁੱਖ ਹੈ ਨਾ ਸਾਧ ਸੰਗਤ ਜੀ, ਇਹ ਵਾਰ-ਵਾਰ ਮਨੁੱਖ ਨੂੰ ਸਤਾਉਂਦਾ ਹੈ। ਮਰਨ ਲਿਖਾਏ ਮੰਡਲ ਮੈਂ ਆਏ। ਔਰ ਆਪਣੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਤਮਿਕ ਮੌਤ ਲੈ ਕੇ ਮਨੁੱਖ ਸੰਸਾਰ ਤੇ ਆਉਂਦਾ ਤੇ ਇੱਥੇ ਵੀ ਉਹੀ ਆਤਮਿਕ ਮੌਤ ਸਹੇੜਦਾ ਹੈ। ਜਨਮ ਪਦਾਰਥ ਦੁਬਦਾ ਖੋਵੈ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਜਨਮ ਹੈ ਇਹਨੂੰ ਦੁਬਿਧਾ ਵਿੱਚ ਪੈ ਕੇ ਕਈ ਇਹੋ ਜਿਹੇ ਮਨੁੱਖ ਕਾਮ ਬਿਰਤੀ ਵਾਲੇ ਹਨ ਜਿਹੜੇ ਆਪਣੇ ਜੀਵਨ ਨੂੰ ਖੁਆਰ ਕਰ ਲੈਂਦੇ ਹਨ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਉਹ ਆਪਣੇ ਆਪ ਦੀ ਭਾਵ ਕੇ ਆਪਣੇ ਮਨ ਦੇ ਵਿੱਚ ਚੁੱਭੀ ਲਾ ਕੇ ਨਹੀਂ ਦੇਖਦੇ, ਭਾਵ ਕਿ ਗੁਰੂ ਦੇ ਸ਼ਬਦ ਨਾਲੋਂ ਟੁੱਟ ਕੇ ਗੁਰੂ ਦੇ ਸ਼ਬਦ ਤੋਂ ਦੂਰ ਹੋ ਕੇ ਨਾ ਤੇ ਸਾਧ ਸੰਗਤ ਮਹਾਰਾਜ ਕਹਿੰਦੇ ਭਟਕਦੇ ਫਿਰਦੇ ਹਨ। ਭ੍ਰਮ ਭ੍ਰਮ ਰੋਵੈ ਤੇ ਸਾਰੀ ਉਮਰ ਫਿਰ ਏਦਾਂ ਰੋਂਦਿਆਂ ਕਰਲਾਉਂਦਿਆਂ ਹੀ ਲੰਘ ਜਾਂਦੀ ਹੈ। ਤੋ ਪੜਤੋ ਸੁਣਤੋ ਏਕ। ਸਾਹਿਬ ਜੀ ਕਹਿੰਦੇ ਕਿਉਂ ਨਾ ਹੋਵੇ ਵੀ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਨੂੰ ਕਹੀਏ, ਉਸ ਨਾਮ ਨੂੰ ਹੀ ਸੁਣੀਏ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਬਾਣੀ ਦੀ ਵਿਚਾਰ ਕਰੀਏ। ਧੀਰਜ ਧਰਮ ਧਰਨੀ ਧਰ ਟੇਕ। ਜਦੋਂ ਉਸ ਬਾਣੀ ਦੀ ਵਿਚਾਰ ਕਰਾਂਗੇ ਨਾ, ਉਸ ਪਰਮੇਸ਼ਰ ਜਿਨੇ ਧਰਤੀ ਨੂੰ ਆਸਰਾ ਦਿੱਤਾ, ਧਰਨੀ ਧਰ ਟੇਕ, ਤੇ ਜਦੋਂ ਉਹਦੇ ਤੇ ਭਰੋਸਾ ਰੱਖਾਂਗੇ, ਵਿਸ਼ਵਾਸ ਰੱਖਾਂਗੇ, ਜ਼ਿੰਦਗੀ ਵਿੱਚ ਧੀਰਜ ਆਵੇਗਾ, ਧਰਮੀ ਬਣਾਂਗੇ। ਧਰਮ ਸ਼ਬਦ ਜਿਹੜਾ ਹੈ ਨਾ ਇਹ ਸੰਸਕ੍ਰਿਤ ਦੀ ਧਰੀ ਧਾਤੂ ਤੋਂ ਬਣਿਆ, ਇਹਦਾ ਅਰਥ ਵੀ ਇਹੀ ਸਹਾਰਾ ਦੇਣਾ। ਤੋ ਇਸ ਕਰਕੇ ਬੰਦਾ ਧਰਮੀ ਵੀ ਉਦੋਂ ਬਣ ਸਕਦਾ ਜਦੋਂ ਉਸ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵੇ। ਜਤ ਸਤ ਸੰਜਮ ਹਿਰਦੈ ਸਮਾਏ। ਜਤ ਭਾਵ ਕੇ ਕਰੈਕਟਰ ਵਿੱਚ ਪੱਕੇ ਹੋਣਾ, ਸਤ ਦਾ ਅਰਥ ਸੱਚ ਤੇ ਚੱਲਣਾ ਤੇ ਸੰਜਮੀ ਜੀਵਨ ਬਣ ਜਾਂਦਾ ਹੈ। ਚੌਥੇ ਪਦ ਕੋ ਜੇ ਮਨ ਪਤੀ ਆਏ। ਤੋ ਸਾਹਿਬ ਜੀ ਕਹਿੰਦੇ ਫਿਰ ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਚੌਥਾ ਪਦ ਹੈ, ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਤੇ ਅਨਹਦ ਨਾਦ, ਕਿਤੇ ਮਹਾਰਾਜ ਨੇ ਦਸਮ ਦੁਆਰ, ਕਿਤੇ ਚੌਥਾ ਪਦ, ਇਹਦੇ ਨਾਲ ਤਰਜੀਹ ਦਿੱਤੀ। ਸਾਹਿਬ ਜੀ ਕਹਿੰਦੇ ਫਿਰ ਉਹ ਮਨੁੱਖ ਉਸ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਸੱਚੇ ਨਿਰਮਲ ਮੈਲ ਨ ਲਾਗੈ। ਸਾਹਿਬ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੱਚਾ ਹੈ, ਮੈਲ ਤੋਂ ਰਹਿਤ ਹੈ। ਜਿਹੜਾ ਉਸ ਬਾਣੀ ਨਾਲ ਜੁੜ ਗਿਆ ਨਾ, ਮਹਾਰਾਜ ਸਾਹਿਬ ਜੀ ਕਹਿੰਦੇ ਉਹਨੂੰ ਫਿਰ ਮੈਲ ਨਹੀਂ ਲੱਗਦੀ। ਗੁਰ ਕਾ ਸ਼ਬਦ ਪਰਮ ਭਉ ਭਾਗੈ। ਮੈਲ ਕਿਹੜੀ? ਵਕਾਰਾਂ ਦੀ, ਵੀ ਉਹਦੇ ਨੇੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਆਉਂਦਾ ਤੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਦੇ ਸਾਰੇ ਭਰਮ ਖਤਮ ਹੋ ਜਾਂਦੇ ਹਨ। ਸੂਰਤ ਮੂਰਤ ਆਦ ਅਨੂਪ। ਉਹ ਪਰਮੇਸ਼ਰ ਜਿਹੜਾ ਸੋਹਣੀ ਸੂਰਤ ਦਾ ਮਾਲਕ ਹੈ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਸੁੰਦਰ ਹੈ। ਨਾਨਕ ਜਾਚੈ ਸਾਜ ਸਰੂਪ। ਅਖੀਰਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨਾਨਕ ਜਨ ਵੀ ਉਸ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਭਾਲਦਾ ਹੈ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਸਾਚ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦਿਦਾਰੇ ਹੋ ਜਾਣ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਰਜ਼ੋਈ ਕੀਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਦਾ ਕੋਟਾਨ ਕੋਟ ਧੰਨਵਾਦ। ਸਮੁੱਚੇ ਪ੍ਰਬੰਧ ਦਾ ਮਾਨਯੋਗ ਸਿੰਘ ਸਾਹਿਬ ਜੀ ਦਾ। ਆਓ ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਜੀ। ਸੱਚੇ ਨਿਰਮਲ ਮੈਲ ਨ ਲਾਗੈ। ਗੁਰ ਕੈ ਸ਼ਬਦ ਪਰਮ ਪਉ ਭਾਗੈ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।